जिगरे हुंदे ने जिदे बंब मित्रो जिते उन्हां दी हुंदी आ ओ जिगरे हुंदे ने जिदे बंब मित्रो जिते उन्हां दी हुंदी आ जिगरे हुंदे ने जिदे बंब मित्रो जिते उन्हां दी हुंदी आ बंदा जितना लाजम है भावें पैंदी पीड़ हंडाउणी सोचां गर्म चाहिदियां ने जे मंजिल ते तख्ती लाउणी सोचां गर्म चाहिदियां ने जे मंजिल ते तख्ती लाउणी। ਬਲਾਚੌਰ ਵਾਸੀਆਂ ਨੇ ਤੁਹਾਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਕਿਉਂ? ਰਾਜਵਿੰਦਰ ਸਿੰਘ ਲੱਕੀ ਇਹ ਜ਼ਰੂਰ ਚਾਹੁੰਦਾ ਹੈ ਕਿ ਉਹਨੂੰ ਇੱਥੇ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ। ਤੁਸੀਂ ਕਾਂਗਰਸ ਛੱਡ ਕੇ ਪਛਤਾ ਤਾਂ ਨਹੀਂ ਰਹੇ? ਅਗਰ ਮੈਂ ਉਸ ਸਰਕਾਰ ਦਾ ਹਿੱਸਾ ਹੁੰਦਾ ਮੈਂ ਕੰਮ ਕਰਵਾ ਸਕਦਾ ਸੀ ਲੋਕਾਂ ਦੇ। ਕਿ ਬਲਾਚੌਰ ਦੇ ਵਿੱਚ ਟਿਕਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਲੱਕੀ ਦੀ ਹੋਵੇਗੀ। ਇਸ ਵਾਰ ਜਿਹੜਾ ਬਦਲਾਅ ਆਵੇ ਉਹ ਚੰਗਾ ਆਵੇ, ਕਿਤੇ 2017 ਵਾਲਾ ਬਦਲਾਅ ਨਾ ਆ ਜਾਵੇ। ਨਹੀਂ ਤਾਂ ਇਹ ਤਾਂ ਬਲਾਚੌਰ ਨੂੰ ਤਾਂ ਬਿਹਾਰ ਬਣਾਉਣਾ ਚਾਹੁੰਦੇ ਸੀ। ਕਿਉਂਕਿ ਧਨਾੜ ਲੋਕ ਆਏ ਤੇ ਉਹ ਟਿਕਟ ਲੈ ਗਏ, ਜੋ ਤੁਸੀਂ ਮਿਹਨਤ ਕੀਤੀ ਸੀ ਤੁਹਾਨੂੰ ਉਸ ਮਿਹਨਤ ਦਾ ਫਲ ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਹੁਣ ਬਲਾਚੌਰ ਦਾ ਯੂਥ ਕਿਸ ਵਿਸ਼ਵਾਸ ਤੇ ਤੁਹਾਨੂੰ ਵੋਟ ਦੇਵੇ? ਕਾਬਲ ਵਿਅਕਤੀਆਂ ਨੂੰ ਪਿੱਛੇ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਮੋਹਰੇ ਕੀਤਾ ਹੈ ਕਿ ਹੁਣ ਲੀਡਰ ਐ ਨਿਕਲ ਕੇ ਆ ਰਹੇ ਨੇ ਬਾਹਰ, ਜਿਵੇਂ ਖੁੱਡਾਂ 'ਚ ਚੂਹੇ ਨਿਕਲ ਕੇ ਆਉਂਦੇ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇੱਥੇ ਪ੍ਰਾਪਰਟੀ ਡੀਲਿੰਗ ਦੇ ਵਿੱਚ ਕੁਝ ਕੁ ਲੋਕਾਂ ਨੇ ਠੱਗੀ ਮਾਰ ਕੇ ਸਾਡੇ ਬਲਾਚੌਰ ਦਾ ਨਾਮ ਖਰਾਬ ਕਰ ਦਿੱਤਾ। ਰਾਜਵਿੰਦਰ ਜੀ, ਬਲਾਚੌਰ ਦੀ ਰਾਜਨੀਤੀ ਦੇ ਵਿੱਚ ਤੁਸੀਂ ਕੀ ਆਪਣਾ ਫਿਊਚਰ ਦੇਖਦੇ ਹੋ? ਮੈਨੂੰ ਇੱਕ ਮੌਕਾ ਮਿਲ ਜਾਵੇ ਇਸ ਇਲਾਕੇ ਦੀ ਨੁਮਾਇੰਦਗੀ ਕਰਨ ਦਾ। 4.5 ਸਾਲ ਦੇ ਵਿੱਚ ਇੱਥੇ ਜਿਹੜੇ ਕੰਮ ਪਹਿਲਾਂ ਹੁੰਦੇ ਸੀ ਉਹੀ ਕੰਮ ਫਿਰ ਉਸੇ ਤਰ੍ਹਾਂ ਚੱਲਦੇ ਰਹੇ। ਖੈਰ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ। ਇਹ ਸਾਡੇ ਵਿਆਹ ਤੇ ਲੀਡਰ ਆ ਰਿਹਾ, ਸਾਡੇ ਭੋਗ ਤੇ ਆ ਰਿਹਾ, ਇੰਨੇ ਨਾਲੇ ਲੋਕਾਂ ਨੂੰ ਖੁਸ਼ ਕਰ ਦਿੰਦੇ ਸੀ। ਰਮਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਿਯੰਕਾ ਮਿੱਲੂ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਵਿੰਦਰ ਲੱਕੀ ਜੀ। ਸਰ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਤੁਸੀਂ 2004-05 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਟ ਰਹੇ ਹੋ, ਜੋ ਸਾਡੇ ਬਲਾਚੌਰ ਵਾਸੀਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਉਸ ਤੋਂ ਬਾਅਦ ਤੁਸੀਂ ਬਲਾਚੌਰ ਦੀ ਐਕਟਿਵ ਪੋਲੀਟਿਕਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਉਸ ਤੋਂ ਬਾਅਦ ਤੁਸੀਂ MLA ਦਾ ਇਲੈਕਸ਼ਨ ਵੀ ਲੜਿਆ। ਫਿਰ ਪਰਿਸਥਿਤੀਆਂ ਕੁਝ ਬਦਲਦੀਆਂ ਰਹੀਆਂ, ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੋ। ਤੁਹਾਨੂੰ ਕੀ ਲੱਗਦਾ ਕਿ ਇੱਕ ਯੰਗ ਲੀਡਰ ਹੋਣ ਦੇ ਨਾਤੇ ਬਲਾਚੌਰ ਵਾਸੀਆਂ ਨੇ ਤੁਹਾਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਕਿਉਂ? ਨਹੀਂ, ਮੈਂ ਇਹ ਮੰਨਦਾ ਹਾਂ ਕਿ ਜਿਸ ਤਰ੍ਹਾਂ ਮੈਂ ਪੰਜਾਬ ਯੂਨੀਵਰਸਿਟੀ ਤੋਂ ਨਿਕਲ ਕੇ ਉੱਥੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਦੋਂ ਯੂਨੀਵਰਸਿਟੀ ਤੋਂ ਬਾਅਦ ਇੱਥੇ ਆਇਆ, ਇੱਥੇ ਦੇ ਨੌਜਵਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰਾ ਸਾਥ ਦਿੱਤਾ। ਉਹ ਸਾਥ ਦੀ ਬਦੌਲਤ ਮੈਂ ਇੱਥੇ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ, ਇੱਥੇ ਯੂਥ ਕਾਂਗਰਸ ਦਾ ਇਲੈਕਟਿਡ ਪ੍ਰੈਜ਼ੀਡੈਂਟ ਬਣਿਆ, ਯੂਥ ਕਾਂਗਰਸ ਦਾ ਪੰਜਾਬ ਦਾ ਇਲੈਕਟਿਡ ਜਨਰਲ ਸੈਕਟਰੀ ਬਣਿਆ। ਉਹ ਸਿਰਫ ਨੌਜਵਾਨਾਂ ਦੀ ਮਦਦ ਨਾਲ ਬਣ ਸਕਿਆ। ਉਸ ਤੋਂ ਬਾਅਦ 12 ਦੀ ਮੈਨੂੰ ਟਿਕਟ ਮਿਲੀ। ਦਿਨ ਥੋੜ੍ਹੇ ਬਹੁਤ ਘੱਟ ਮਿਲੇ ਮੈਨੂੰ, ਪਰ ਜਿਸ ਢੰਗ ਨਾਲ ਜਿੰਨੀ ਵੱਡੀ ਗਿਣਤੀ 'ਚ ਇੱਥੇ ਦੇ ਨੌਜਵਾਨਾਂ ਨੇ ਮੇਰਾ ਸਾਥ ਦਿੱਤਾ, ਮੈਂ ਸਮਝਦਾ ਉਸ ਬਦੌਲਤ ਹੀ ਮੈਂ 21,000 ਵੋਟ ਲੈ ਸਕਿਆ। ਇਹ ਠੀਕ ਹੈ, ਜਿੱਤ ਹਾਰ ਇਹ ਪਾਰਟ ਆਫ ਲਾਈਫ ਹੈ, ਪਰ ਉਸ ਤੋਂ ਬਾਅਦ ਵੀ ਲਗਾਤਾਰ ਜਿਸ ਢੰਗ ਨਾਲ ਪਿਛਲੇ 10 ਸਾਲਾਂ ਤੋਂ ਮੈਂ ਲੱਗਿਆ ਹੋਇਆ, 12 ਤੋਂ ਬਾਅਦ ਵੀ 9 ਸਾਲ ਹੋ ਚੁੱਕੇ ਹੈ, ਅਤੇ ਉਹਦੇ 'ਚ ਖਾਸ ਕਰਕੇ ਨੌਜਵਾਨਾਂ ਦਾ ਹੀ ਇੱਕ ਮੈਂ ਸਮਝਦਾ ਮੈਨੂੰ ਸਾਥ ਮਿਲਿਆ, ਜਿਹਦੇ ਨਾਲ ਮੈਂ ਇੱਕ ਵਧੀਆ ਢੰਗ ਨਾਲ ਓਪੋਜੀਸ਼ਨ ਦਾ ਰੋਲ ਨਿਭਾ ਰਿਹਾ। ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੋ, ਤੁਸੀਂ ਕਾਂਗਰਸ ਛੱਡ ਕੇ ਪਛਤਾ ਤਾਂ ਨਹੀਂ ਰਹੇ? ਨਹੀਂ, ਬਿਲਕੁਲ ਨਹੀਂ। ਜੋ ਅੱਜ ਦੇ ਹਾਲਾਤ ਹੈਗੇ ਆ, ਹਾਂ, ਇਹ ਹੈ ਕਿ 2017 ਦੇ ਵਿੱਚ ਜਦੋਂ ਮੈਂ ਕਾਂਗਰਸ ਪਾਰਟੀ ਨੂੰ ਛੱਡਿਆ ਸੀ, ਮੈਂ ਇਹ ਸਮਝਦਾ ਸੀ ਕਿ ਕਾਂਗਰਸ ਦੀ ਸਰਕਾਰ ਬਣੀ ਸੀ ਕਿ ਚਲੋ ਅਗਰ ਮੈਂ ਉਸ ਸਰਕਾਰ ਦਾ ਹਿੱਸਾ ਹੁੰਦਾ ਮੈਂ ਕੰਮ ਕਰਵਾ ਸਕਦਾ ਸੀ ਲੋਕਾਂ ਦੇ। ਪਰ ਜਿਸ ਢੰਗ ਨਾਲ ਅੱਜ 4.5 ਸਾਲ ਬਾਅਦ ਪੰਜਾਬ ਦਾ ਮਾਹੌਲ ਬਣਿਆ ਹੋਇਆ, ਜਿੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਜਗ੍ਹਾ MLA ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹੋਣ, ਜਿੱਥੇ ਲੋਕਾਂ ਨਾਲ ਧੋਖਾ ਕੀਤਾ ਹੋਵੇ, ਜਿੱਥੇ ਡਿਵੈਲਪਮੈਂਟ ਦੇ ਨਾਮ 'ਤੇ ਸਿਰਫ ਇੱਥੋਂ ਦੇ ਜਿਹੜੇ ਵਿਧਾਇਕ ਆ ਉਹ ਆਪਣੀਆਂ ਤਿਜੋਰੀਆਂ ਭਰਦੇ ਹੋਣ, ਤੇ ਮੈਂ ਇਹ ਸਮਝਦਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਉਸ ਪਾਰਟੀ ਨੂੰ, ਜਿਸ ਪਾਰਟੀ ਦੇ ਅੰਦਰ ਅੱਜ ਦੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਲੋਕ ਪੰਜਾਬ ਦੇ ਦੁਖੀ ਹੋਏ ਆ, ਤੇ ਮੈਂ ਤਾਂ ਸਗੋਂ ਖੁਸ਼ ਹਾਂ, ਮੈਨੂੰ ਕੋਈ ਪਛਤਾਵਾ ਨਹੀਂ ਇਸ ਚੀਜ਼ ਦਾ। 2022 ਦੀਆਂ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਬਲਾਚੌਰ ਦੀ ਟੀਮ ਹੈ, ਉਹਦੇ ਵਿੱਚ ਕਾਫੀ ਚਿਹਰਿਆਂ ਦੇ ਅੰਦਾਜ਼ੇ ਲਗਾਏ ਜਾ ਰਹੇ ਆ ਲੋਕਾਂ ਵੱਲੋਂ। ਤੁਸੀਂ ਇੱਕ ਵਾਰ ਪਹਿਲਾਂ MLA ਦਾ ਇਲੈਕਸ਼ਨ ਲੜ ਚੁੱਕੇ ਹੋ, ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਹੋ। ਤੁਹਾਨੂੰ ਕੀ ਲੱਗਦਾ ਕਿ ਬਲਾਚੌਰ ਦੇ ਵਿੱਚ ਟਿਕਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਲੱਕੀ ਦੀ ਹੋਵੇਗੀ? ਦੇਖੋ, ਮੈਂ ਹਮੇਸ਼ਾ ਇੱਕੋ ਗੱਲ ਕਰਦਾ, ਇਹ ਗੱਲ ਮੈਂ 2017 ਵਿੱਚ ਵੀ ਕੀਤੀ ਸੀ, ਇਹੀ ਗੱਲ ਮੈਂ ਹੁਣ ਦੁਬਾਰਾ ਫੇਰ ਕਰਦਾ, ਸਟੇਜਾਂ ਤੇ ਖੜ ਕੇ ਕਰਦਾ ਕਿ ਬਲਾਚੌਰ ਦੇ ਅੰਦਰ ਲੋਕ ਹਮੇਸ਼ਾ ਬਦਲਾਵ ਚਾਹੁੰਦੇ ਆ,
ਪਰ ਉਹ ਬਦਲਾਵ ਜਿਹੜਾ ਹੈਗਾ ਚੰਗਾ ਹੋਣਾ ਚਾਹੀਦਾ ਹੈ। ਅਗਰ ਟਿਕਟ ਦੀ ਗੱਲ ਜਾਂ ਉਮੀਦਵਾਰ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਮੈਂ ਅੱਜ ਵੀ ਤੇ ਹਮੇਸ਼ਾ ਇੱਕੋ ਗੱਲ ਕਹੂੰਗਾ ਕਿ ਰਾਜਵਿੰਦਰ ਸਿੰਘ ਲੱਕੀ ਇਹ ਜ਼ਰੂਰ ਚਾਹੁੰਦਾ ਹੈ ਕਿ ਉਹਨੂੰ ਇੱਥੇ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ, ਮੈਂ ਵਿਧਾਨ ਸਭਾ 'ਚ ਜਾ ਕੇ ਇੱਥੇ ਦੇ ਲੋਕਾਂ ਦੀ ਆਵਾਜ਼ ਬਣ ਸਕਾਂ। ਪਰ ਅਗਰ ਮੇਰੇ ਤੋਂ ਵੀ ਕੋਈ ਕਾਬਲ ਵਿਅਕਤੀ ਹੈਗਾ, ਉਹ ਅਗਰ ਉਮੀਦਵਾਰ ਬਣਦਾ ਤਾਂ ਮੈਨੂੰ ਉਸ ਤੋਂ ਆਪਣੇ ਤੋਂ ਵੀ ਵੱਧ ਖੁਸ਼ੀ ਹੋਊਗੀ, ਬਸ਼ਰਤੇ ਕਿ ਉਹ ਵਿਅਕਤੀ ਜਿਹੜਾ ਹੈਗਾ ਇਸ ਇਲਾਕੇ ਦੀਆਂ ਭਾਵਨਾਵਾਂ ਨੂੰ, ਇਸ ਇਲਾਕੇ ਦੇ ਮਾਹੌਲ ਨੂੰ, ਇਸ ਇਲਾਕੇ 'ਚ ਵਿਚਰਿਆ ਹੋਵੇ, ਲੋਕਾਂ ਦੇ ਦੁੱਖ ਸੁੱਖ 'ਚ ਖੜਿਆ ਹੋਵੇ, ਲੋਕਾਂ ਦੇ ਹੱਕਾਂ ਦੀ ਲੜਾਈ ਲੜਦਾ ਹੋਵੇ ਤੇ ਉਹ ਪੜ੍ਹਿਆ ਲਿਖਿਆ ਕਾਬਲ ਵਿਅਕਤੀ ਹੋਊਗਾ ਤਾਂ ਮੈਨੂੰ ਇਹ ਖੁਸ਼ੀ ਹੋਊਗੀ। ਮੈਂ ਸਿਰਫ ਆਪਣਾ ਨਹੀਂ, ਮੈਂ ਤਾਂ ਬਲਾਚੌਰ ਦੇ ਇਲਾਕੇ ਦੇ ਲੋਕਾਂ ਦਾ ਭਲਾ ਚਾਹੁੰਦਾ। ਉਹਦੇ ਲਈ ਇਹੀ ਚਾਹੂੰਗਾ ਕਿ ਇਸ ਵਾਰ ਜਿਹੜਾ ਬਦਲਾਅ ਆਵੇ ਉਹ ਚੰਗਾ ਆਵੇ, ਕਿਤੇ 2017 ਵਾਲਾ ਬਦਲਾਅ ਨਾ ਆ ਜਾਵੇ। ਇੱਕ ਗੱਲ ਹੋਰ ਅਸੀਂ ਜਾਣਨਾ ਚਾਹਾਂਗੇ, ਬਲਾਚੌਰ ਦੇ ਵਿੱਚ ਜਿੰਨੀਆਂ ਵੀ ਸਰਗਰਮ ਪਾਰਟੀਆਂ ਨੇ, ਜੇ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਦੀ ਗੱਲ ਕਰੀਏ ਤਾਂ ਸੱਤਾ ਧਿਰ ਦੇ ਵਿੱਚ ਜੋ ਹੁਣ ਪਾਰਟੀ ਹੈ ਉਹਦੀ ਵਿਰੋਧੀ ਧਿਰ ਦੀ ਜੋ ਭੂਮਿਕਾ ਨਿਭਾਉਣੀ ਚਾਹੀਦੀ, ਕਿ ਕੋਈ ਵੀ ਪਾਰਟੀ, ਜਾਂ ਤੁਸੀਂ ਆਪਣੀ ਗੱਲ ਕਰੋ, ਤੁਸੀਂ ਉਸ ਚੀਜ਼ 'ਚ ਸਫਲ ਹੋਏ ਹੋ? ਦੇਖੋ, ਮੈਨੂੰ ਤਾਂ ਹੁਣ ਇੱਦਾਂ ਲੱਗਣ ਲੱਗ ਗਿਆ ਕਿ ਮੈਂ ਓਪੋਜੀਸ਼ਨ ਦਾ ਰੋਲ ਨਿਭਾਉਂਦੇ ਪਿਛਲੇ 15 ਸਾਲ ਤੋਂ, ਕਿ ਬਲਾਚੌਰ ਦਾ ਕੋਈ ਵੀ ਮੁੱਦਾ ਹੋਵੇ ਮੈਂ ਕਦੀ ਪਿੱਛੇ ਨਹੀਂ ਹਟਿਆ। ਮੇਰੇ ਤੋਂ ਇਲਾਵਾ ਹੋਰ ਬਹੁਤ ਸਾਰੇ ਲੀਡਰ ਹੋਣਗੇ ਜਿਨ੍ਹਾਂ ਨੇ ਓਪੋਜੀਸ਼ਨ ਦਾ ਚੰਗਾ ਰੋਲ ਨਿਭਾਇਆ ਹੋਵੇ, ਪਰ ਮੇਰਾ ਮੰਨਣਾ ਹੈ ਕਿ ਮੈਂ ਜੋ ਕੰਮ ਮੈਂ ਕਰ ਗਿਆ ਜਿਸ ਢੰਗ ਦੇ ਨਾਲ, ਚਾਹੇ ਉਹ ਜਿਹੜਾ ਇੰਡਸਟਰੀਅਲ ਜ਼ੋਨ ਹੈਗਾ ਬਲਾਚੌਰ ਦੇ ਅੰਦਰ ਟੌਂਸਾ ਖੇਤਰ ਦਾ, ਉੱਥੇ ਲੋਕਾਂ ਦੇ ਹੱਕਾਂ ਲਈ, ਲੋਕਾਂ ਨੂੰ ਪੋਲਿਊਸ਼ਨ ਤੋਂ ਬਚਾਉਣ ਲਈ ਭੁੱਖ ਹੜਤਾਲ ਰੱਖਣੀ ਹੋਵੇ, ਤੇ ਜਾਂ ਉਸ ਤੋਂ ਬਾਅਦ ਸ਼੍ਰੇਆਂਸ ਪੇਪਰ ਮਿਲ ਨੂੰ ਲੋਕ ਲਾਤਾ ਸੀ, ਉੱਥੇ ਦੇ ਵਰਕਰਸ ਦੇ ਹੱਕ ਦੀ ਲੜਾਈ ਲੜਨ ਲਈ ਉਹਨੂੰ ਦੁਬਾਰਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਖੁੱਲ੍ਹ ਵੀ ਗਈ। ਇੱਥੇ ਸ਼ਰਾਬ ਦੀ ਫੈਕਟਰੀ ਲੱਗਣ ਲੱਗੀ ਸੀ ਲੰਬੂਆਂ ਦੇ ਕੋਲ, ਉੱਥੇ ਅਸੀਂ ਸੰਘਰਸ਼ ਕੀਤਾ, ਉਹਨੂੰ ਬੰਦ ਕਰਵਾਇਆ। ਤੇ ਇਸੇ ਤਰ੍ਹਾਂ ਹੁਣ ਤੁਸੀਂ ਦੇਖਿਆ ਹੋਣਾ, ਅੱਜ ਸ਼ਹਿਰ ਦੀਆਂ ਸੜਕਾਂ ਤਾਂ ਬਣ ਗਈਆਂ, ਪਰ ਭੱਦੀ ਰੋਡ ਜਦੋਂ 1 ਸਾਲ ਤੋਂ ਗਟਕਾ ਪਾ ਕੇ ਲੋਕਾਂ ਦਾ ਬੁਰਾ ਹਾਲ ਸੀ, ਲੋਕ ਉੱਥੇ ਗਿਰਦੇ ਸੀ, ਸਕੂਟਰਾਂ ਵਾਲਿਆਂ ਦਾ ਬੁਰਾ ਹਾਲ ਸੀ, ਤੇ ਮੈਂ ਨੰਗੇ ਪੈਰ 5-6 ਕਿਲੋਮੀਟਰ ਪੈਦਲ ਮਾਰਚ ਕੀਤੀ, ਜਿਹਦੇ ਨਾਲ ਇੱਥੇ ਦੇ ਜਿਹੜੇ ਵਿਧਾਇਕ ਸੀ ਜਾਂ ਇੱਥੋਂ ਦੀ ਸਰਕਾਰ ਸੀ ਉਹਨਾਂ ਦੀ ਨੀਂਦ ਖੁੱਲ੍ਹੀ। ਤੇ ਐਸੇ ਬੜੇ ਹੋਰ ਕੰਮ ਹੈ ਜਿਹੜੇ ਕੰਟੀਨਿਊਸਲੀ ਮੈਂ ਇੱਥੇ ਦੇ ਮੁੱਦੇ ਚੱਕਦਾ ਰਿਹਾ, ਤੇ ਉਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀ ਸਰਕਾਰ ਹੈ ਉਹ ਆਪਣੀ ਮਨਮਰਜ਼ੀ ਨਹੀਂ ਕਰ ਸਕੀ, ਇੱਥੋਂ ਦੇ ਵਿਧਾਇਕ ਆਪਣੀ ਮਨਮਰਜ਼ੀ ਨਹੀਂ ਕਰ ਸਕੇ, ਲੋਕਾਂ ਦੇ ਹੱਕ ਦੀ ਜਿਹੜੀ ਹੱਕੀ ਗੱਲ ਸੀ ਉਹ ਇਹਨਾਂ ਨੂੰ ਮੰਨਣੀ ਪਈ ਹੈ। ਇਸ ਕਰਕੇ ਮੈਂ ਸਮਝਦਾ ਕਿ ਰੋਲ ਜਿਹੜਾ ਸਾਡਾ ਸੀਗਾ, ਇਹ ਸਾਡਾ ਓਪੋਜੀਸ਼ਨ ਦਾ ਚੰਗਾ ਰੋਲ ਹੀ ਹੈ, ਜਿਹਦੇ ਨਾਲ ਇੱਥੇ, ਕਿਉਂਕਿ ਨਹੀਂ ਤਾਂ ਬਹੁਤ ਵੱਡੇ ਲੈਵਲ ਤੇ ਸ਼ਰਾਬ ਤਸਕਰੀ ਤੇ ਗੁੰਡਾਗਰਦੀ ਚੱਲ ਰਹੀ ਸੀ, ਬਹੁਤ ਵੱਡੇ ਲੈਵਲ ਤੇ ਰੇਤ ਮਾਫੀਆ ਹੈ, ਬਹੁਤ ਵੱਡੇ ਲੈਵਲ ਤੇ ਖੈਰ ਮਾਫੀਆ ਹੈ। ਅਗਰ ਉਹਨੂੰ ਰੋਕਣ 'ਚ ਜਾਂ ਉਹਨੂੰ ਕੰਟਰੋਲ ਕਰਨ ਦੇ ਵਿੱਚ ਕਿਸੇ ਦਾ ਯੋਗਦਾਨ ਹੈ, ਉਹ ਸਾਡੀ ਚੱਕੀ ਹੋਈ ਆਵਾਜ਼ ਕਰਕੇ ਹੀ ਇਹ ਥੋੜ੍ਹਾ ਕੰਟਰੋਲ ਹੈ, ਨਹੀਂ ਤਾਂ ਇਹ ਤਾਂ ਬਲਾਚੌਰ ਨੂੰ ਤਾਂ ਬਿਹਾਰ ਬਣਾਉਣਾ ਚਾਹੁੰਦੇ ਸੀ। ਇੱਕ ਗੱਲ ਹੋਰ, ਯੰਗ ਲੀਡਰ ਜੋ ਹੈ ਉਹ ਯੂਥ ਦੇ ਲਈ ਰੋਲ ਮਾਡਲ ਹੁੰਦੇ ਨੇ। ਬਲਾਚੌਰ ਦੇ ਯੂਥ ਵਾਸਤੇ ਤੁਸੀਂ ਰੋਲ ਮਾਡਲ ਰਹੇ ਹੋ, ਤੇ ਕਿਉਂਕਿ ਤੁਸੀਂ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਦਾ ਜੋ ਇਲੈਕਸ਼ਨ ਹੈ ਲੜਿਆ ਵੀ ਹੈ ਤੇ ਜਿੱਤਿਆ ਵੀ ਹੈ। ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਤੁਹਾਡੇ ਨਾਲ ਜੋ ਧੱਕਾ ਹੋਇਆ, ਕਿਉਂਕਿ ਧਨਾੜ ਲੋਕ ਆਏ ਤੇ ਉਹ ਟਿਕਟ ਲੈ ਗਏ, ਜੋ ਤੁਸੀਂ ਮਿਹਨਤ ਕੀਤੀ ਸੀ ਤੁਹਾਨੂੰ ਉਸ ਮਿਹਨਤ ਦਾ ਫਲ ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਹੁਣ ਬਲਾਚੌਰ ਦਾ ਯੂਥ ਕਿਸ ਵਿਸ਼ਵਾਸ ਤੇ ਤੁਹਾਨੂੰ ਵੋਟ ਦੇਵੇ? ਦੇਖੋ, ਮੈਂ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਦੇਖਦਾ ਆ ਰਿਹਾ ਕਿ ਜਿਹੜਾ ਆਮ ਸਧਾਰਨ ਪਰਿਵਾਰ ਦਾ ਵਿਅਕਤੀ, ਨੌਜਵਾਨ ਸਾਥੀ ਹੈਗਾ ਸਾਡਾ, ਉਹ ਮੈਨੂੰ ਦੇਖ ਕੇ ਬਹੁਤ ਸਾਰੇ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆਪਣੀ ਪਾਰਟੀ ਦੇ ਅੰਦਰ ਆਪਣੀ ਜਗ੍ਹਾ ਬਣਾਈਏ। ਉਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪਿੰਡਾਂ ਦੇ ਸਰਪੰਚ ਬਣੇ। ਇਹ ਮੈਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਨਿਕਲ ਕੇ ਆਏ ਆ। ਇਹ ਗੱਲ ਅਲੱਗ ਹੈ ਕਿ ਜਿਹੜਾ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਜਿਹੜੀ ਹੈਗੀ ਹੈ, ਉਹਦੇ ਵਿੱਚ ਇੱਥੋਂ ਦੇ ਵਿਧਾਇਕ ਜਿਹੜੇ ਹੈਗੇ ਉਹਨਾਂ ਨੇ ਚੰਗੇ ਨੌਜਵਾਨਾਂ ਨੂੰ ਮੋਹਰੇ ਕਰਨ ਦੀ ਜਗ੍ਹਾ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਨਜ਼ਦੀਕਿਆਂ ਨੂੰ, ਜਿਹੜੇ ਸ਼ਾਇਦ ਮੈਂ ਸਮਝਦਾ ਉਨੇ ਕਾਬਲ ਨਹੀਂ ਸੀ, ਤੇ ਕਾਬਲ ਵਿਅਕਤੀਆਂ ਨੂੰ ਪਿੱਛੇ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਮੋਹਰੇ ਕੀਤਾ ਹੈ। ਉਹਦੇ ਕਰਕੇ ਇੱਕ ਜ਼ਰੂਰ ਨੌਜਵਾਨ ਇਹ ਫੀਲ ਕਰਦਾ ਹੈ ਕਿ ਸਾਡਾ ਰਾਜਨੀਤੀ ਦੇ ਵਿੱਚ ਅੱਗੇ ਆਉਣਾ ਮੁਸ਼ਕਲ ਹੋਇਆ। ਪਰ ਮੈਂ ਇਹ ਵਿਸ਼ਵਾਸ ਨਾਲ ਕਹਿਣਾ ਕਿ ਇੱਕ ਨਾ ਇੱਕ ਦਿਨ ਇਹ ਜ਼ਰੂਰ ਆਊਗਾ ਕਿ ਜਦੋਂ ਚੰਗੇ ਨੌਜਵਾਨ ਬਲਾਚੌਰ ਦੀ ਰਾਜਨੀਤੀ 'ਚ ਬਹੁਤ ਵਧੀਆ ਢੰਗ ਨਾਲ ਆਪਣਾ ਚੰਗਾ ਰੋਲ ਪਲੇ ਕਰਨਗੇ, ਤੇ ਉਹਦੇ ਨਾਲ ਇੱਕ ਚੰਗੀ ਚੇਂਜ ਆਊਗੀ, ਤੇ ਬਲਾਚੌਰ ਦਾ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਕਿ ਬਦਲਾਅ ਦੇ ਨਾਲ ਵਿਕਾਸ ਹੋ ਸਕੂਗਾ।
ਬਲਾਚੌਰ ਦੀ ਰਾਜਨੀਤੀ ਦੇ ਵਿੱਚ ਚਾਹੇ ਸੱਤਾ ਧਿਰ ਹੈ ਚਾਹੇ ਵਿਰੋਧੀ ਧਿਰ ਹੈ, ਅਸੀਂ ਬਹੁਤ ਸਾਰੇ ਫੇਸ ਦੇਖਦੇ ਹਾਂ। 8-10 ਜੋ ਹੈ ਪਬਲਿਕ ਫੇਸ ਅਸੀਂ ਦੇਖਦੇ ਹਾਂ। ਜੇਕਰ ਉਹ ਫੇਸ ਜਦੋਂ ਪਾਰਟੀ ਦੇ ਕਿਸੇ ਇੱਕ ਬੰਦੇ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਜੇ ਉਹ ਚਾਹਣ ਤਾਂ ਉਹਨੂੰ ਜਿਤਾ ਸਕਦੇ ਨੇ, ਪਰ ਅਜਿਹਾ ਹੁੰਦਾ ਕਦੀ ਨਜ਼ਰ ਨਹੀਂ ਆਇਆ ਜਨਤਾ ਨੂੰ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਚਲੋ ਜਿੱਤ ਹਾਰ ਤਾਂ ਜਿਹੜੀ ਹੈਗੀ ਆ ਉਹ ਉਸ ਪਰਮਾਤਮਾ ਦੇ ਹੱਥ ਹੁੰਦੀ ਹੈ ਤੇ ਜਾਂ ਪਬਲਿਕ ਦੇ ਲੋਕਾਂ ਦੇ ਹੱਥ ਹੈ। ਪਰ ਮੈਂ ਇਹ ਸਮਝਦਾ ਕਿ ਅਗਰ ਕੋਈ ਚੰਗਾ ਕਾਬਲ ਵਿਅਕਤੀ ਬਲਾਚੌਰ ਦੀ ਰਾਜਨੀਤੀ ਦੇ ਵਿੱਚ ਆਵੇ ਤੇ ਇਹ ਜ਼ਰੂਰ ਹੈ ਕਿ ਆਪਣਾ ਕੁਝ ਲੋਕ ਉਹਨੂੰ ਹਰਾਉਣ ਲਈ ਜਾਂ ਲੱਤਾਂ ਖਿੱਚਣ ਲਈ ਕੋਈ ਨਾ ਆਪਣਾ ਰੋਲ ਨਿਭਾ ਸਕਦੇ ਆ। ਪਰ ਅਗਰ ਉਹ ਉਹਦੇ 'ਚ ਕਾਬਲੀਅਤ ਹੈਗੀ ਹੈ ਤੇ ਚੰਗਾ ਰੋਲ ਪਲੇ ਕਰ ਰਿਹਾ ਉਹ ਰਾਜਨੀਤੀ ਦੇ ਅੰਦਰ, ਤਾਂ ਲੋਕ ਵੋਟ ਪਾਉਣ ਤੋਂ ਪਿੱਛੇ ਨਹੀਂ ਹਟਦੇ। ਲੋਕ ਉਸ ਵਿਅਕਤੀ ਨੂੰ ਵੋਟ ਪਾ ਕੇ ਜਿਤਾਉਂਦੇ ਆ। ਤੇ ਪਰ ਮੇਰਾ ਇਹ ਇੱਕੋ ਮੰਨਣਾ ਹੈਗਾ ਕਿ ਰਾਜਨੀਤੀ ਦੇ ਵਿੱਚ ਅੱਜ ਵੀ ਇਹ ਲੋੜ ਹੈ ਕਿ ਚੰਗੇ ਵਿਅਕਤੀ ਜਿਹੜੇ ਉਹ ਅੱਗੇ ਆਉਣ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਇੱਥੇ ਬਲਾਚੌਰ 'ਚ ਕਿ ਜਿਹੜੇ ਸਮਗਲਰ ਲੋਕ ਹੈਗੇ ਆ, ਜਿਹੜੇ ਲੱਕੜ ਮਾਫੀਆ ਹੈ, ਸ਼ਰਾਬ ਮਾਫੀਆ ਹੈ, ਖੈਰ ਮਾਫੀਆ ਜਾਂ ਰੇਤ ਮਾਫੀਆ ਹੈ, ਉਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ। ਇੱਥੇ ਪ੍ਰੋਪਰਟੀ ਡੀਲਿੰਗ ਦੇ ਵਿੱਚ ਕੁਝ ਕੁ ਲੋਕਾਂ ਨੇ ਠੱਗੀ ਮਾਰ ਕੇ ਸਾਡੇ ਬਲਾਚੌਰ ਦਾ ਨਾਮ ਖਰਾਬ ਕਰ ਦਿੱਤਾ। ਕੁਝ ਕੁ ਲੋਕਾਂ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ। ਐਸੇ ਲੋਕ ਜਦੋਂ ਜਿਸ ਵਿਅਕਤੀ ਦੀ ਸਰਕਾਰ ਬਣਦੀ ਹੈ ਉਹ ਲੋਕ ਉਹ ਸਰਕਾਰ ਦੇ ਨਾਲ ਜੁੜ ਜਾਂਦੇ ਆ। ਮੇਰਾ ਮੰਨਣਾ ਇਹੀ ਹੈ ਕਿ ਜਿੰਨੇ ਵੀ ਇੱਥੇ ਰਾਜਨੀਤੀ ਕਰਦੇ ਹੋਏ ਸਾਡੇ ਸਾਥੀ ਹੈਗੇ ਆ, ਉਹਨਾਂ ਨੂੰ ਐਸੇ ਲੋਕਾਂ ਤੋਂ ਬਚਣਾ ਚਾਹੀਦਾ, ਕਿਉਂਕਿ ਇਹਨਾਂ ਦੀ ਕੋਈ ਪਾਰਟੀ, ਇਹਨਾਂ ਦੀ ਕੋਈ, ਇਹ ਤਾਂ ਸਿਰਫ ਪੈਸਾ ਕਮਾਉਣ ਲਈ, ਗਲਤ ਕੰਮ ਕਰਨ ਲਈ ਆਪਣਾ ਤੁਹਾਡੇ ਨਾਲ ਜੁੜਦੇ ਆ। ਇਹਨਾਂ ਨੂੰ ਅਗਰ ਤੁਸੀਂ ਦੂਰ ਰੱਖੋਗੇ ਤਾਂ ਇਸ ਇਲਾਕੇ ਦਾ ਜ਼ਿਆਦਾ ਭਲਾ ਹੋ ਸਕਦਾ, ਬਿਹਤਰੀ ਹੋ ਸਕਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਰਾਜਨੀਤੀ ਸੇਵਾ ਹੁੰਦੀ ਹੈ, ਲੋਕਾਂ ਦੀ ਸੇਵਾ ਕਰਨ ਦਾ ਜੋ ਕੰਮ ਹੈ ਉਹ ਰਾਜਨੀਤਿਕ ਲੋਕਾਂ ਦਾ ਹੁੰਦਾ ਹੈ। ਪਰ ਜੇਕਰ ਅਸੀਂ ਨਜ਼ਰ ਮਾਰੀਏ ਤਾਂ ਲੋਕਾਂ ਦਾ ਕਹਿਣਾ ਇਹ ਹੈ ਕਿ ਬਲਾਚੌਰ ਦੇ ਵਿੱਚ ਬਹੁਤ ਅਜਿਹੇ ਮੁੱਦੇ ਸਨ ਜੋ ਲੋਕ ਜਾਂ ਉਹਨਾਂ ਦੇ ਪ੍ਰਤੀਨਿਧ ਹਰ ਇੱਕ ਪਾਰਟੀ ਦੇ ਚੁੱਕ ਸਕਦੇ ਸਨ। ਪਰ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਸਾਰੇ ਰਾਜਨੀਤਿਕ ਪਾਰਟੀਆਂ ਸਰਗਰਮ ਨੇ ਆਪਣੀ ਆਪਣੀ ਥਾਂ ਤੇ, ਪਰ ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹਨਾਂ ਨੂੰ ਨੇਤਾਵਾਂ ਦੀ ਲੋੜ ਹੁੰਦੀ ਹੈ, ਉਦੋਂ ਕੋਈ ਨੇਤਾ ਨਜ਼ਰ ਨਹੀਂ ਆਉਂਦਾ। ਇਸ ਬਾਰੇ ਕੀ ਕਹੋਗੇ? ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰ ਸਕਦਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਬਲਾਚੌਰ 'ਚ ਕਦੀ ਵੀ ਬਲਾਚੌਰ ਦੇ ਲੋਕਾਂ ਨੂੰ ਕੋਈ ਮੁਸੀਬਤ ਆਈ ਹੈ, ਉਸ ਮੁਸੀਬਤ ਦੇ ਵਿੱਚ ਅਗਰ ਸਭ ਤੋਂ ਪਹਿਲਾ ਨਾਮ ਕਦੀ ਹੋਇਆ ਉਹ ਰਾਜਵਿੰਦਰ ਸਿੰਘ ਲੱਕੀ ਦਾ ਰਿਹਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਮੁੱਦੇ ਤੇ ਲੋਕਾਂ ਦਾ ਸਾਥ ਦੇਣ ਲਈ ਆਪਣੀ ਹਾਜ਼ਰੀ ਲਗਵਾਉਂਦਾ ਰਹਾ। ਇੱਥੇ ਇੱਕ ਬਹੁਤ ਹੀ ਇਮਾਨਦਾਰ ਆਫੀਸਰ ਸੀ ਨਰੇਸ਼ ਕੁਮਾਰੀ ਜੀ, SHO, ਉਹਨਾਂ ਦੀ ਬਦਲੀ ਕਰਵਾ ਦਿੱਤੀ। ਅਗਰ ਉੱਥੇ ਕੋਈ ਪੋਲੀਟੀਕਲ ਬੰਦਾ ਉਸ ਸਟੇਜ ਤੇ ਖੜ ਕੇ ਸਰਕਾਰ ਦੇ ਖਿਲਾਫ, ਇੱਥੇ ਦੇ ਨੁਮਾਇੰਦਿਆਂ ਦੇ ਖਿਲਾਫ ਅਗਰ ਬੋਲਿਆ ਹੋਊਗਾ ਕਿ ਇਸ ਇਮਾਨਦਾਰ ਆਫੀਸਰ ਦੀ ਬਦਲੀ ਨਹੀਂ ਹੋਣੀ ਚਾਹੀਦੀ ਸੀ, ਤਾਂ ਉਹ ਇੱਕੋ ਇੱਕ ਵਿਅਕਤੀ ਮੈਂ ਸੀ ਜਿਹੜਾ ਸਟੇਜ ਤੇ ਖੜ ਕੇ ਬੋਲਿਆ। ਇਸੇ ਤਰ੍ਹਾਂ ਜਿਹੜੇ ਵੀ ਕੋਈ ਮੁੱਦੇ ਇੱਥੇ ਚੱਕੇ ਗਏ, ਉਹਦੇ ਵਿੱਚ ਸਭ ਤੋਂ ਪਹਿਲਾ ਵਿਅਕਤੀ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ, ਚਾਹੇ ਸੜਕਾਂ ਦੀ ਗੱਲ ਹੋਵੇ, ਚਾਹੇ ਇਸ ਇਲਾਕੇ ਦੀ ਬਿਹਤਰੀ ਵਾਸਤੇ ਇੱਥੋਂ ਦੇ ਨੁਮਾਇੰਦੇ, ਇੱਥੋਂ ਦੇ ਵਿਧਾਇਕ, ਉਹਨਾਂ ਦੇ ਸਪੁੱਤਰ, ਉਹਨਾਂ ਤੱਕ ਗੱਲ ਪਹੁੰਚਾਉਣ ਦੀ ਗੱਲ ਹੋਵੇ, ਮੈਂ ਬਹੁਤ ਹੀ ਵਧੀਆ ਢੰਗ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਗੱਲ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ 'ਚ ਮੈਂ ਕਾਮਯਾਬੀ ਹੋਇਆ। ਕਿਉਂਕਿ ਸਾਡੀ ਗੱਲ ਪਹੁੰਚਾਉਣ ਤੋਂ ਬਾਅਦ ਹੀ ਬਹੁਤ ਸਾਰੇ ਐਸੇ ਕੰਮ ਹੋਏ ਆ ਜਿਹੜੇ ਇਹਨਾਂ ਨੇ ਪਹਿਲਾਂ ਕਦੀ ਇਹਨਾਂ ਦਾ ਧਿਆਨ ਨਹੀਂ ਸੀ, ਪਰ ਸਾਡੀਆਂ ਗੱਲਾਂ ਤੋਂ ਬਾਅਦ ਜ਼ਰੂਰ ਇਹਨਾਂ ਨੂੰ ਉਸ ਚੀਜ਼ ਵੱਲ ਧਿਆਨ ਦੇਣਾ ਪਿਆ। ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਰਹਿ ਗਈਆਂ, ਚਾਹੇ ਬਲਾਚੌਰ ਦੇ ਅੰਦਰ ਸਪੋਰਟਸ ਕੰਪਲੈਕਸ ਹੋਣ। ਅੱਜ ਜ਼ਰੂਰਤ ਸੀ ਕਿ ਇੱਥੇ ਸਵਿਮਿੰਗ ਪੂਲ ਬਣ, ਇੱਥੇ ਬਾਸਕਟਬਾਲ ਦੇ ਕੋਰਟ ਬਣ, ਇੱਥੇ ਵਾਲੀਬਾਲ ਦੇ ਕੋਰਟ ਬਣ, ਤੇ ਇੱਥੇ ਕੋਈ ਲੌਨ ਟੈਨਿਸ ਦਾ ਕੋਰਟ ਬਣੇ। ਇੱਥੇ ਇੰਡੀਵਿਜੂਅਲੀ ਬੱਚਿਆਂ ਨੂੰ ਖੇਲਣ ਵਾਸਤੇ ਇੱਥੇ ਪਾਰਕ ਬਣਨੇ ਚਾਹੀਦੇ ਸੀ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਕਮੀ ਹੈਗੀ ਹੈ ਉਹ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ, ਪਰ ਮੈਂ ਸਮਝਦਾ ਕਿ ਹੁਣ ਤਾਂ ਚਲੋ ਇਲੈਕਸ਼ਨ ਆ ਗਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਸਾਡੀਆਂ ਕੀਤੀਆਂ ਹੋਈਆਂ, ਕਹੀਆਂ ਹੋਈਆਂ ਗੱਲਾਂ, ਉਹਦੇ 'ਤੇ ਜਿਹੜਾ ਵਿਅਕਤੀ ਵੀ ਇੱਥੋਂ ਦੀ ਨੁਮਾਇੰਦਗੀ ਕਰੂਗਾ ਉਹ ਧਿਆਨ ਜ਼ਰੂਰ ਦੇਊਗਾ। ਤੁਸੀਂ ਨਰੇਸ਼ ਕੁਮਾਰੀ ਦੀ ਬਦਲੀ ਦੀ ਗੱਲ ਕੀਤੀ ਹੈ। ਸਾਰਿਆਂ ਨੂੰ ਪਤਾ, ਜਨਤਾ ਨੂੰ ਪਤਾ ਹੈ ਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਹੈ ਨਸ਼ਾ ਸਮੱਗਰੀ ਬਰਾਮਦ ਕੀਤੀ ਹੈ ਤੇ ਅਗਲੇ ਦਿਨ ਉਹਨਾਂ ਦੀ ਬਦਲੀ ਹੋ ਜਾਂਦੀ ਹੈ। ਕੀ ਲੱਗਦਾ ਇਹਦੇ ਪਿੱਛੇ ਤੁਹਾਨੂੰ ਪੋਲੀਟੀਕਲ ਇੰਟਰਫੇਰੈਂਸ ਲੱਗਦੀ? ਬਿਲਕੁਲ, ਮੈਂ ਸਮਝਦਾ ਕਿ ਇੱਥੇ ਕਰੋਨਾ ਕਾਲ ਦੇ ਦੌਰਾਨ ਇੱਕ ਬੜੇ ਹੀ PCS ਆਫੀਸਰ ਸੀਗੇ, ਨਾਮ ਤਾਂ ਮੈਂ ਉਹਨਾਂ ਦਾ ਭੁੱਲ ਗਿਆ, ਉਹਨਾਂ ਨੂੰ ਗਲਤ ਕੰਮ ਕਰਨ ਲਈ ਕਿਹਾ ਗਿਆ। ਉਸ ਸਮੇਂ ਗਲਤ ਬਿੱਲ ਇਸ਼ੂ ਕਰਨ ਲਈ ਕਿਹਾ ਗਿਆ
ਤੇ ਉਸ ਵਿਅਕਤੀ ਨੇ ਇੱਥੇ ਉਹ ਵੀਡੀਓ ਲੱਗੇ ਹੋਏ ਸੀ, ਉਹਨੇ ਰਿਜ਼ਾਈਨ ਕਰ ਦਿੱਤਾ ਨੌਕਰੀ ਤੋਂ ਕਿ ਮੈਂ ਗਲਤ ਕੰਮ ਨਹੀਂ ਕਰਨਾ, ਮੈਂ ਕੋਈ ਗੱਲ ਨਹੀਂ, ਮੈਂ ਪੜ੍ਹ ਲਿਖ ਕੇ ਹੋਰ ਵੱਡਾ ਆਫੀਸਰ ਤਾਂ ਬਣ ਜਾਊਂਗਾ, ਪਰ ਮੈਂ ਇੱਥੇ ਅਗਰ ਮੈਨੂੰ ਕੋਈ ਗਲਤ ਕੰਮ ਕਰਾਉਣਾ ਚਾਹੁੰਦਾ ਮੈਂ ਨਹੀਂ ਕਰਨੇ। ਸੈਕੰਡਲੀ ਇੱਥੇ ਇੱਕ ਲੜਕੀ, ਸਾਡੇ ਇੱਥੇ ਬਹੁਤ ਅੱਛਾ ਪਰਿਵਾਰ ਹੈ, ਚੌਧਰੀ ਆਰਪੀ ਸਿੰਘ ਜੀ ਦਾ ਪਰਿਵਾਰ, ਉਹਨਾਂ ਦੇ ਛੋਟੇ ਬ੍ਰਦਰ ਸ਼ਮਸ਼ੇਰ ਸਿੰਘ ਹੈ, ਉਹਨਾਂ ਦੀ ਲੜਕੀ ਬਹੁਤ ਇਮਾਨਦਾਰ ਲੜਕੀ, ਇੱਥੇ ਵੀਡੀਓ ਲੱਗੀ ਸੀ, ਉਹਨੇ ਕੰਮ ਬਹੁਤ ਵਧੀਆ ਕਰਨੇ ਸ਼ੁਰੂ ਕੀਤੇ ਸੀ ਪਿੰਡਾਂ ਦੇ ਵਿੱਚ। ਉਸ ਲੜਕੀ ਨੂੰ ਬੁਲਾ ਕੇ ਪਿੰਡਾਂ ਦੇ ਸਰਪੰਚ, ਪਿੰਡਾਂ ਦੇ ਲੋਕ ਆਪਣੇ ਕੰਮ ਕਰਵਾ ਰਹੇ ਸੀ ਤੇ ਬੜਾ ਵਧੀਆ ਚੱਲ ਰਿਹਾ ਸੀ। ਉਹਨੇ ਵੀ ਗਲਤ ਕੰਮ ਕਰਨ ਤੋਂ ਨਾ ਕਰ ਦਿੱਤਾ, ਉਹਦੀ ਬਦਲੀ ਕਰਵਾ ਦਿੱਤੀ ਗਈ। ਇਸੇ ਤਰ੍ਹਾਂ ਇੱਥੇ ਬਲਾਚੌਰ ਦੇ ਅੰਦਰ ਸਿਰਫ ਨਸ਼ਾ ਨਹੀਂ, ਇੱਥੇ ਸੱਟਾ ਬਾਜ਼ਾਰੀ, ਇੱਥੇ ਲੋਟਰੀ ਸਿਸਟਮ ਬਹੁਤ ਬੜੇ ਲੈਵਲ ਤੇ ਚੱਲ ਰਿਹਾ ਸੀ, ਥੱਲੋਂ ਲੈ ਕੇ ਉੱਤੇ ਤੱਕ ਆਫੀਸਰਸ ਨੂੰ ਵੀ ਤੇ ਇੱਥੋਂ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡਾ ਪੈਸਾ ਇੱਥੋਂ ਜਾਂਦਾ ਸੀਗਾ, ਉਹ ਜਿਹੜਾ ਲੋਟਰੀ ਸਿਸਟਮ ਸੀ। ਤੇ ਉਹਨਾਂ ਨੇ ਆ ਕੇ ਇੱਥੇ ਜਦੋਂ ਬੰਦ ਕਰਵਾ ਦਿੱਤਾ, ਉਹਨਾਂ ਨੂੰ ਹੀ ਆਫਰ ਹੋਈ ਪੈਸੇ ਦੀ। ਜਦੋਂ ਉਹਨਾਂ ਨੇ ਐਸੇ ਕੰਮ ਕੀਤੇ ਤੇ ਉਸ ਤੋਂ ਬਾਅਦ ਨੈਚੁਰਲੀ ਜਿਹੜੇ ਇੱਥੇ ਦੇ ਆਪਣੇ ਲੀਡਰਸ ਹੈਗੇ ਆ, ਜਿਹੜੇ ਸੱਤਾਧਾਰੀ ਲੀਡਰਸ ਹੈਗੇ ਆ, ਉਹਨਾਂ ਦੀ ਇੱਕੋ ਕੋਸ਼ਿਸ਼ ਸੀਗੀ ਕਿ ਇਹਦੀ ਜਲਦੀ ਤੋਂ ਜਲਦੀ ਬਦਲੀ ਕਰਵਾ ਦਿੱਤੀ ਜਾਵੇ। ਇੱਥੋਂ ਦੇ ਐਸਐਸਪੀ ਜਿਹੜੇ ਹੈਗੇ ਆ, ਉਹਨਾਂ ਨੇ ਬੜਾ ਲੰਬਾ ਸਮਾਂ ਉਹਨਾਂ ਨੂੰ ਇੱਥੇ ਟਿਕਾ ਕੇ ਰੱਖਿਆ, 4-5 ਮਹੀਨੇ, ਪਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਪੋਲੀਟਿਕਸ ਦੇ ਵਿੱਚ ਜੋ ਰਾਜ ਕਰਦਾ ਉਹ ਕੋਈ ਵੀ ਫੈਸਲਾ ਕਰਵਾ ਸਕਦਾ, ਉਹਨਾਂ ਦੀ ਬਦਲੀ ਕਰਵਾ ਦਿੱਤੀ। ਬਦਲੀ ਕਰਵਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਮੰਗ ਕੀਤੀ, ਇਹ ਫਸਟ ਟਾਈਮ ਹੋਇਆ ਬਲਾਚੌਰ ਦੀ ਹਿਸਟਰੀ ਦੇ ਵਿੱਚ ਕਿ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਕਿਹਾ ਵੀ ਇਹਨਾਂ ਦੀ ਬਦਲੀ ਰਖਵਾਈ ਜਾਵੇ, ਤੇ ਉਹਦੇ ਤੇ ਕੋਈ ਬੋਲਦਾ ਹੀ ਨਹੀਂ, ਨਾ ਕੋਈ ਨੁਮਾਇੰਦਾ ਬੋਲ ਰਿਹਾ, ਨਾ ਇਹਨਾਂ ਦੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਰੋਜ਼ ਆਪਣੇ ਰਿਬਨ ਕੱਟਣ ਚਲੇ ਜਾਂਦੇ ਆ, ਨਾ ਉਹ ਕੋਈ ਬੋਲਿਆ। ਤੇ ਇਹਦੇ ਤੋਂ ਸਿੱਧਾ ਸਾਫ਼ ਪਤਾ ਲੱਗਦਾ ਹੈ ਕਿ ਇਹ ਪੋਲੀਟੀਕਲ ਮੋਟੀਵੇਟਡ ਇਹ ਬਦਲੀ ਸੀ, ਤੇ ਉਹਦਾ ਜਿਹੜਾ ਹੈਗਾ ਦੇਖੋ ਨੁਕਸਾਨ ਹੀ ਹੋ ਰਿਹਾ ਇਸ ਇਲਾਕੇ ਦਾ। ਮੈਂ ਜਨਤਾ ਦੇ ਬਿਹਾਫ ਤੇ ਇੱਕ ਪ੍ਰਸ਼ਨ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਲੈਕਸ਼ਨ ਤੋਂ ਪਹਿਲਾਂ ਕਿ ਹੁਣ ਵੀ ਕਰੋਨਾ ਕਾਲ ਚੱਲ ਰਿਹਾ, ਲੋਕਾਂ ਦਾ ਕਹਿਣਾ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਕੋਲ ਮੌਕਾ ਸੀ ਕਿ ਉਹ ਲੋਕਾਂ ਦੀ ਸੇਵਾ ਕਰਦੇ, ਕਿਉਂਕਿ ਹੁਣ ਲੋਕ ਕਹਿ ਰਹੇ ਕਿ ਹੁਣ ਲੀਡਰ ਨਿਕਲ ਕੇ ਆ ਰਹੇ ਨੇ ਬਾਹਰ, ਜਿਵੇਂ ਖੁੱਡਾਂ 'ਚ ਚੂਹੇ ਨਿਕਲ ਕੇ ਆਉਂਦੇ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੇਰਾ ਇਹ ਮੰਨਣਾ ਹੈ ਕਿ ਇੰਡੀਵਿਜੂਅਲ ਤੌਰ ਤੇ ਤੁਸੀਂ ਵੀ, ਮੈਂ ਵੀ, ਜਾਂ ਹੋਰ ਵਿਅਕਤੀ ਜਿਹੜੇ ਹੈਗੇ ਆ, ਇੰਡੀਵਿਜੂਅਲ ਤੌਰ ਤੇ ਹਰ ਵਿਅਕਤੀ ਜਿੰਨੀ ਵੀ ਉਹਦੀ ਸਮਰੱਥਾ ਹੈ ਉਸ ਹਿਸਾਬ ਨਾਲ ਕਰੋਨਾ ਦੇ ਦੌਰਾਨ ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਭ ਤੋਂ ਵੱਡਾ ਜਿਹੜਾ ਰੋਲ ਸੀਗਾ ਉਹ ਮੈਂ ਸਮਝਦਾ ਸੀ ਜਿਹੜਾ ਸਰਕਾਰ ਦਾ ਰੋਲ ਹੈ ਉਹ ਚੰਗਾ ਹੋਣਾ ਚਾਹੀਦਾ ਸੀ। ਬਹੁਤ ਵੱਡੇ ਫੰਡ ਸੀਗੇ, ਲੋਕਾਂ ਨੇ ਡੋਨੇਟ ਬਹੁਤ ਕੀਤਾ ਪੈਸਾ ਸਰਕਾਰ ਨੂੰ ਸੀਐਮ ਰਿਲੀਫ ਫੰਡ ਦੇ ਵਿੱਚ। ਉਹਦੇ ਵਿੱਚ ਜਦੋਂ ਕਿਸੇ ਨੂੰ ਕੋਈ ਰਾਸ਼ਨ ਦੇਣਾ ਸੀ ਉਹਦੇ ਵਿੱਚ ਸਹੀ ਵੰਡ ਨਹੀਂ ਹੋਈ, ਕਾਂਗਰਸੀ ਲੀਡਰਸ ਆਪਣੇ ਉਹ ਥੈਲੇ ਚੱਕ ਕੇ ਸਰਕਾਰ ਦੇ ਉਹ ਵੰਡਦੇ ਰਹੇ। ਤੇ ਇਸੇ ਤਰ੍ਹਾਂ ਇੱਕ ਫਤਿਹ ਕਿੱਟ ਆਈ ਸੀ, ਉਹ ਦੇਣੀ ਸੀ ਆਪਣੇ ਜਿਹੜੇ ਕਰੋਨਾ ਦੇ ਮਰੀਜ਼ ਹੈ। ਉਹ ਜਦੋਂ ਸਿਸਟਮ ਇਹਨਾਂ ਦਾ ਕਲੈਪਸ ਹੋ ਗਿਆ, ਖ਼ਤਮ ਹੋ ਗਿਆ, ਫਿਰ ਇਹਨਾਂ ਨੇ ਇੱਕ ਦਿਨ ਉਹ ਆਪਣਾ ਕੋਈ ਨਵਾਂ ਉਹਨੂੰ ਨਾਮ ਦੇ ਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਜੀ ਦੀ ਫੋਟੋ ਲਾ ਕੇ ਉਹ ਵੰਡਣੇ ਸ਼ੁਰੂ ਕਰ ਦਿੱਤੇ। ਮੇਰਾ ਮੰਨਣਾ ਇਹ ਹੈ ਕਿ ਇੱਥੋਂ ਦੇ ਜਿਹੜੇ ਨੁਮਾਇੰਦੇ ਹੈਗੇ ਆ, ਇੰਡੀਵਿਜੂਅਲ ਤੌਰ ਤੇ ਕੋਈ ਬਹੁਤ ਪੈਸੇ ਵਾਲਾ ਹੋਊਗਾ ਉਹ ਵੱਡਾ ਕੰਮ ਕਰ ਸਕਦਾ, ਕੋਈ ਘੱਟ ਪੈਸੇ ਵਾਲਾ ਉਹ ਆਪਣੀ ਸਮਰੱਥਾ ਦੇ ਹਿਸਾਬ ਨਾਲ ਉਹ ਡੋਨੇਟ ਕਰ ਸਕਦਾ, ਕੰਮ ਕਰ ਸਕਦਾ। ਇਸੇ ਤਰ੍ਹਾਂ ਲੀਡਰਸ ਦਾ ਹੈਗਾ, ਪਰ ਜੋ ਸਰਕਾਰ ਦਾ ਰੋਲ ਜਾਂ ਇੱਥੋਂ ਦੇ ਨੁਮਾਇੰਦਿਆਂ ਦਾ ਰੋਲ ਹੋਣਾ ਚਾਹੀਦਾ ਸੀ ਉਹ ਉਸ ਚੀਜ਼ ਦੇ ਵਿੱਚ ਸਰਕਾਰ ਤੇ ਇੱਥੋਂ ਦੇ ਨੁਮਾਇੰਦੇ ਬੁਰੀ ਤਰ੍ਹਾਂ ਫੇਲ ਹੋਏ ਆ, ਜਿਹਦਾ ਇੱਥੇ ਦੇ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਰਾਜਵਿੰਦਰ ਜੀ, ਬਲਾਚੌਰ ਦੀ ਰਾਜਨੀਤੀ ਦੇ ਵਿੱਚ ਤੁਸੀਂ ਕੀ ਆਪਣਾ ਫਿਊਚਰ ਦੇਖਦੇ ਹੋ? ਮੇਰੀ ਅੱਜ ਉਮਰ, ਮੈਂ ਤਕਰੀਬਨ 42 ਇਅਰਸ ਦਾ ਹੋ ਗਿਆ, 42 ਸਾਲ ਦਾ। ਤੇ ਬਲਾਚੌਰ ਦੇ ਵਿੱਚ ਅੱਜ ਤੋਂ ਮੈਂ 15 ਸਾਲ ਪਹਿਲਾਂ ਆ ਗਿਆ ਸੀ ਰਾਜਨੀਤੀ ਕਰਨ ਲਈ। ਉਸ ਤੋਂ 5-7 ਸਾਲ ਪਹਿਲਾਂ ਮੈਂ ਸਟੂਡੈਂਟ ਪੋਲੀਟਿਕਸ ਸ਼ੁਰੂ ਕੀਤੀ ਸੀਗੀ। ਮੈਂ ਸਮਝਦਾ ਸਟੂਡੈਂਟ ਪੋਲੀਟਿਕਸ ਤੋਂ ਲੈ ਕੇ ਅੱਜ ਤੱਕ ਮੈਂ ਬਹੁਤ ਕੁਝ ਗੇਨ ਕੀਤਾ। ਮੈਂ ਇੱਥੇ ਚੰਗੇ ਦੋਸਤ ਬਣਾਏ, ਚੰਗੇ ਆਪਣੇ ਸਾਥੀ ਬਣਾਏ, ਤੇ ਬੜੇ ਐਸੇ ਕੰਮ ਕੀਤੇ ਜਿਹਦੇ ਨਾਲ ਮੈਨੂੰ ਸਕੂਨ ਮਿਲ ਰਿਹਾ ਕਿ ਮੈਂ ਇਹ ਕੰਮ ਕੀਤੇ। ਉਹਨਾਂ ਕੰਮਾਂ ਦੀ ਬਦੌਲਤ ਲੋਕਾਂ ਦਾ ਭਲਾ ਹੋ ਸਕਿਆ। ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚ ਗਿਆ, ਲੋਕਾਂ ਦੀ ਆਵਾਜ਼ ਲੀਡਰਸ ਤੱਕ ਪਹੁੰਚਾਈ। ਮੈਂ ਜਦੋਂ ਆਪੋਜੀਸ਼ਨ 'ਚ ਵੀ ਸੀਗਾ ਉਦੋਂ ਵੀ MP ਲੈਡ ਫੰਡ ਲਿਆ ਕੇ ਸ਼ਾਇਦ 50 ਤੋਂ ਵੱਧ ਪਿੰਡਾਂ ਦੇ ਵਿੱਚ ਮੈਂ ਕਿਸੇ ਪਿੰਡ ਨੂੰ 50,000, ਕਿਸੇ ਨੂੰ ਲੱਖ, ਕਿਸੇ ਨੂੰ 2 ਲੱਖ, ਕਿਸੇ ਨੂੰ 2.5 ਲੱਖ, 3.5 ਲੱਖ ਤੱਕ ਇਸ ਤਰ੍ਹਾਂ ਮੈਂ ਪੈਸਾ ਦਵਾਇਆ। ਤੇ ਇਹ ਜਿਹੜੇ ਮੇਰੇ ਕੀਤੇ ਹੋਏ ਕੰਮ, ਮੈਂ ਵੈਸੇ ਤਾਂ ਇਹਦੇ ਨਾਲ ਬਹੁਤ ਸੈਟੀਸਫਾਈਡ ਹੈ, ਪਰ ਮੈਂ ਹਮੇਸ਼ਾ ਇਹ ਸੋਚਿਆ ਕਿ ਅਗਰ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਮੌਕਾ ਮਿਲ ਜਾਵੇ ਇਸ ਇਲਾਕੇ ਦੀ ਨੁਮਾਇੰਦਗੀ ਕਰਨ ਦਾ,
ਤਾਂ ਮੈਂ ਬਹੁਤ ਵੱਡਾ ਰੋਲ ਵਿਧਾਨ ਸਭਾ ਦੇ ਵਿੱਚ ਜਾ ਕੇ ਨਿਭਾ ਸਕਦਾ। ਇਸ ਇਲਾਕੇ ਦੀ ਬਿਹਤਰੀ ਲਈ, ਇਸ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ ਮੈਂ ਬਹੁਤ ਵੱਡਾ ਰੋਲ ਨਿਭਾ ਸਕਦਾ। ਇਹ ਮੇਰਾ ਆਪਣਾ, ਮੈਨੂੰ ਇਹ ਮੈਂ ਮਹਿਸੂਸ ਕਰਦਾ। ਤੇ ਹਜੇ 42 ਸਾਲ ਉਮਰ ਹੈ ਤੇ ਹੋਰ ਬਹੁਤ ਲੰਬਾ ਸਮਾਂ ਲੋਕਾਂ ਦੀ ਸੇਵਾ ਕਰਨੀ ਹੈ। ਤੇ ਉਹ ਸੇਵਾ ਦਾ ਰੋਲ ਚਾਹੇ ਕੋਈ ਵੀ ਹੋਵੇ, ਮੈਂ ਆਪਣੇ ਵੱਲੋਂ 100% ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੂੰਗਾ। ਤੇ ਇਹੀ ਮੇਰੀ ਜਿਹੜੀ ਹੈਗੀ ਹੈ ਜੋ ਸੇਵਾ ਹੈ, ਉਹੀ ਮੈਂ ਸਮਝਦਾ ਮੇਰਾ ਆਉਣ ਵਾਲਾ ਫਿਊਚਰ, ਜਾਂ ਮੈਂ ਇਹਦੇ ਨਾਲ ਹੀ ਸੈਟੀਸਫਾਈਡ ਹਾਂ ਸਾਰਾ ਕੁਝ। ਇੱਕ ਹੋਰ ਪ੍ਰਸ਼ਨ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਦੀ ਇੱਛਾ ਸੀ ਕਿ ਬਲਾਚੌਰ ਦੇ ਵਿੱਚ ਰਾਜਨੀਤੀ ਦੇ ਵਿੱਚ ਬਦਲਾਅ ਆਵੇ, ਪਰ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਕਿ ਬਦਲਾਅ ਜ਼ਰੂਰ ਆਇਆ, ਪਰ ਉਹ ਬਦਲਾਅ ਨਹੀਂ, ਉਹ ਰੀਪਲੇਸਮੈਂਟ ਸੀ। ਇਸ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ 2017 ਦੇ ਵਿੱਚ ਲੋਕਾਂ ਨੇ ਮਨ ਬਣਾਇਆ ਸੀ ਕਿ ਇਸ ਵਾਰ ਜਿਹੜਾ ਹੈਗਾ ਬਲਾਚੌਰ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਚੰਗਾ ਬਦਲਾਅ ਆਉਣਾ ਚਾਹੀਦਾ। ਪਰ ਇਹ ਕੋਈ ਪੋਲੀਟੀਕਲ ਪਾਰਟੀਆਂ ਦਾ ਸਿਸਟਮ ਕਹਿ ਲਓ, ਉਹਦੇ ਵਿੱਚ ਅਸੀਂ ਇਹ ਮਹਿਸੂਸ ਕਰਦੇ ਸੀ ਉਦੋਂ ਜਦੋਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ, ਕਿਉਂਕਿ ਲੋਕਾਂ ਨੇ ਮਨ ਬਣਾਇਆ ਸੀ ਕਿ ਚੇਂਜ ਆਉਣੀ ਚਾਹੀਦੀ ਹੈ। ਉਸ ਚੇਂਜ ਦੇ ਨਾਲ ਅਸੀਂ ਲੋਕਾਂ ਨੂੰ ਦੱਸਿਆ ਵੀ ਸੀਗਾ ਕਿ ਤੁਸੀਂ ਜਿਹਨੂੰ ਵੀ ਵੋਟ ਪਾਓ, ਉਸ ਕਾਬਲ ਵਿਅਕਤੀ ਨੂੰ ਪਾਓ ਜਿਹੜਾ ਤੁਹਾਡੇ ਇਮਾਨਦਾਰੀ ਦੇ ਨਾਲ ਤੁਹਾਡੀ ਸੇਵਾ ਕਰ ਸਕੇ। ਪਰ ਤੁਸੀਂ ਦੇਖ ਸਕਦੇ ਹੋ 4.5 ਸਾਲ ਦੇ ਵਿੱਚ ਇੱਥੇ ਜਿਹੜੇ ਕੰਮ ਪਹਿਲਾਂ ਹੁੰਦੇ ਸੀ ਉਹੀ ਕੰਮ ਫਿਰ ਉਸੇ ਤਰ੍ਹਾਂ ਚੱਲਦੇ ਰਹੇ। ਖੈਰ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਤੇ ਇਸ ਤਰ੍ਹਾਂ ਦੇ ਕੰਮਾਂ ਤੋਂ ਲੋਕ ਫਿਰ ਮਤਲਬ ਮੈਂ ਸਮਝਦਾ ਕੋਈ ਲੋਕਾਂ ਨੂੰ ਠੱਗਿਆ ਹੋਇਆ ਲੋਕ ਮਹਿਸੂਸ ਕਰਨ ਲੱਗ ਗਏ ਸੀ। ਅੱਜ ਵੀ ਮੈਂ ਸਟੇਜਾਂ 'ਤੇ ਖੜ੍ਹ ਕੇ ਮੈਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਸ ਕਰ ਰਿਹਾ। ਹਰ ਇੱਕ ਮੀਟਿੰਗ ਦੇ ਵਿੱਚ ਮੈਂ ਇੱਕੋ ਗੱਲ ਕਹਿੰਦਾ ਹੈ ਕਿ ਮੈਂ ਇਹ ਨਹੀਂ ਕਦੀ ਕਿਹਾ ਕਿ ਤੁਸੀਂ ਰਾਜਵਿੰਦਰ ਸਿੰਘ ਲੱਕੀ ਨੂੰ ਮੈਨੂੰ ਤੁਸੀਂ ਵੋਟਾਂ ਪਾਓ ਜਾਂ ਮੈਨੂੰ ਮੌਕਾ ਦਿਓ। ਮੈਂ ਨਾਲ ਇਹ ਜ਼ਰੂਰ ਕਹਿੰਦਾ ਵੀ ਅਗਰ ਮੇਰੇ ਤੋਂ ਵੀ ਕੋਈ ਕਾਬਲ ਵਿਅਕਤੀ ਬਲਾਚੌਰ ਦੀ ਰਾਜਨੀਤੀ ਦੇ ਵਿੱਚ ਹੈਗਾ, ਜਿਹੜਾ ਹਮੇਸ਼ਾ ਤੁਹਾਡੇ ਸੁੱਖ ਦੁੱਖ ਦੇ ਵਿੱਚ ਖੜਦਾ ਹੈ, ਜਿਹੜਾ ਇਮਾਨਦਾਰੀ ਦੇ ਨਾਲ ਤੁਹਾਡਾ ਕੰਮ ਕਰਦਾ ਹੈ, ਜਿਹੜਾ ਇਮਾਨਦਾਰੀ ਦੇ ਨਾਲ ਤੁਹਾਡੀ ਆਵਾਜ਼ ਬਣਦਾ ਹੈ, ਕਿਉਂਕਿ ਲੋਕ ਇੱਥੋਂ ਜਿਤਾ ਕੇ ਭੇਜਦੇ ਆ, ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਇੱਥੋਂ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖਣੀ ਹੁੰਦੀ ਹੈ। ਜੇ ਤੁਸੀਂ ਆਪਣੀ ਗੱਲ ਨਹੀਂ ਰੱਖ ਸਕੇ ਤੇ 50 ਸਾਲਾਂ ਦੇ ਵਿੱਚ ਉੱਥੇ ਜਾ ਕੇ ਸਿਰਫ ਉੱਥੇ ਬੈਠ ਕੇ ਚਾਹ ਪੀ ਕੇ ਤੇ ਸਮੋਸੇ ਖਾ ਕੇ ਤੁਸੀਂ ਵਾਪਸ ਆ ਜਾਣਾ ਤੇ ਫਿਰ ਇੱਥੇ ਦੇ ਲੋਕਾਂ ਨਾਲ ਧੋਖਾ ਹੈ। ਇਸ ਕਰਕੇ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਅੱਜ ਲੋੜ ਹੈ ਬਲਾਚੌਰ ਨੂੰ, ਬਲਾਚੌਰ ਦੇ ਲੋਕਾਂ ਨੂੰ ਕਿ ਕੋਈ ਪੜ੍ਹਿਆ ਲਿਖਿਆ ਇਮਾਨਦਾਰ ਵਿਅਕਤੀ ਜਿਹੜਾ ਤੁਹਾਡੇ ਹੱਕਾਂ ਦੀ ਗੱਲ ਉੱਥੇ ਠੋਸ ਢੰਗ ਨਾਲ ਰੱਖ ਸਕੇ। ਦੇਖੋ ਕੰਢੀ ਕਨਾਲ ਇੱਥੇ ਬਣਨੀ ਸੀ, 65 ਸਾਲ ਪੁਰਾਣੀ ਉਹ ਡਿਮਾਂਡ ਸੀਗੀ, ਪਰ ਉਹ ਸਾਡੇ ਨੁਮਾਇੰਦਿਆਂ ਦੀ ਕਮੀ ਹੋਣ ਕਰਕੇ ਉਹ ਜਿਹੜੀ ਓਪਨ ਨਹਿਰ ਬਣਨੀ ਸੀ ਉਹ ਪਾਈਪਾਂ ਦੇ ਵਿੱਚ ਪਾ ਦਿੱਤੀ ਤੇ ਅੱਜ ਤੱਕ ਉਸ ਕੰਢੀ ਨਹਿਰ ਦੇ ਵਿੱਚ ਪਾਣੀ ਨਹੀਂ ਆਇਆ। ਇਹ ਕੰਢੀ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਉਸ ਇੱਕ ਧੋਖੇ ਦੇ ਨਾਲ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਵਾਟਰ ਲੈਵਲ ਬਹੁਤ ਥੱਲੇ ਚਲਾ ਗਿਆ, ਦੂਸਰਾ ਇਹ ਹੈ ਕਿ ਜਿਹੜੇ ਜੰਗਲੀ ਜਾਨਵਰ ਹੈ ਉਹ ਲਗਾਤਾਰ ਲੋਕਾਂ ਦੀ ਫਸਲ ਨੂੰ ਖਾ ਰਹੇ ਹੈ। ਲੋਕਾਂ ਨੇ ਜਾਲ ਲਗਾਏ ਆ, ਅੱਛਾ ਫਿਰ ਕਹਿ ਰਹੇ ਸੀ ਕਿ ਜਾਲ ਵਿੱਚ ਸਬਸਿਡੀ ਮਿਲਣੀ ਹੈ। ਅੱਜ ਮੈਂ ਪੁੱਛਦਾ ਕਿ ਕਿਹੜੇ ਪਿੰਡ ਦੇ ਵਿੱਚ ਕਿਹਨਾਂ ਵਿਅਕਤੀਆਂ ਨੂੰ ਉਸ ਜਾਲ ਦਾ ਫਾਇਦਾ ਹੋਇਆ ਤੇ ਜਾਲ ਦੀ ਸਬਸਿਡੀ ਮਿਲੀ ਹੈ? ਸਿਰਫ ਧੋਖੇਬਾਜ਼ੀ ਹੋ ਰਹੀ ਹੈ, ਆਪਣੇ ਚਹੇਤਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਲੋੜ ਹੈ ਬਲਾਚੌਰ ਦੇ ਲੋਕਾਂ ਨੂੰ ਕਿ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ ਜਾਵੇ, ਕਿਤੇ ਇਸ ਵਾਰ ਫਿਰ ਲੋਕਾਂ ਨਾਲ ਧੋਖਾ ਨਾ ਹੋ ਜਾਵੇ। ਤੁਸੀਂ ਆਵਾਜ਼ ਬਣਨਾ ਹੈ ਉਹਨਾਂ ਨੁਮਾਇੰਦਿਆਂ ਦੀ, ਤੁਸੀਂ ਆਪਣੀ ਗੱਲ ਰੱਖਣੀ ਹੈ ਪਾਰਟੀਆਂ ਦੇ ਕੋਲ, ਤੁਸੀਂ ਗੱਲ ਰੱਖਣੀ ਹੈ ਲੋਕਾਂ ਦੇ ਕੋਲ, ਲੋਕਾਂ ਦੇ ਵਿੱਚ ਕਿ ਚੰਗੇ ਵਿਅਕਤੀ ਇਸ ਰਾਜਨੀਤੀ 'ਚ ਆਉਣ। ਲੱਕੀ ਜੀ, ਤੁਸੀਂ ਆਮ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਲੋਕ ਕਿਹੋ ਜਿਹੇ ਲੀਡਰ ਨੂੰ ਪਸੰਦ ਕਰਦੇ ਨੇ, ਜੋ ਲੋਕ ਮੁੱਦੇ ਚੱਕਦੇ ਨੇ ਉਹ ਲੀਡਰ, ਜਾਂ ਫਿਰ ਜਿਹੜੇ ਵਿਆਹ ਸ਼ਾਦੀਆਂ ਦੇ ਉੱਤੇ ਆਪਣੀ ਹਾਜ਼ਰੀ ਲਗਵਾਉਂਦੇ ਨੇ ਉਹ ਲੀਡਰ? ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਜਦੋਂ ਮੈਂ ਇੱਥੇ ਆਇਆ ਸੀ ਬਲਾਚੌਰ ਦੇ ਵਿੱਚ ਰਾਜਨੀਤੀ ਕਰਨ, ਉਦੋਂ ਇੱਕੋ ਚੀਜ਼ ਇੱਥੇ ਚੱਲਦੀ ਸੀ ਕਿ ਲੋਕ ਵੀ ਇਹ ਕਹਿੰਦੇ ਸੀ ਵੀ ਕਿ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਤੁਸੀਂ ਜਾਇਆ ਕਰੋ, ਤੇ ਮੈਂ ਜਾਣ ਦੀ ਕੋਸ਼ਿਸ਼ ਵੀ ਕੀਤੀ, ਹੁਣ ਤੱਕ ਜਾ ਰਹੇ ਹਾਂ। ਪਰ ਮੈਂ ਇਹ ਸਮਝਦਾ ਕਿ ਲੋਕਾਂ ਨੇ ਇੱਕੋ ਚੀਜ਼ ਦੇਖੀ ਹੋਈ ਸੀ ਕਿ ਸਾਡੇ ਵਿਆਹ 'ਤੇ ਲੀਡਰ ਆ ਰਿਹਾ, ਸਾਡੇ ਭੋਗ 'ਤੇ ਆ ਰਿਹਾ, ਇੰਨੇ ਨਾਲੇ ਲੋਕਾਂ ਨੂੰ ਖੁਸ਼ ਕਰ ਦਿੰਦੇ ਸੀ। ਪਰ ਹੁਣ ਕਿਉਂਕਿ ਸਮਾਂ ਬਦਲਦਾ ਜਾ ਰਿਹਾ, ਅੱਜ ਲੋਕ ਇਹ ਮਹਿਸੂਸ ਕਰਦੇ ਆ ਕਿ ਇਹ ਜਿਹੜਾ ਕੰਮ ਹੈਗਾ ਇਹ ਤਾਂ ਇੱਕ ਆਮ ਵਿਅਕਤੀ ਵੀ ਕਰ ਸਕਦਾ ਤੇ ਕਰ ਵੀ ਰਿਹਾ। ਜਿਹਨੂੰ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਲੋਕਾਂ ਦੇ ਸੁੱਖ ਦੁੱਖ 'ਚ ਜਾਂਦਾ। ਸਾਡਾ ਸਮਾਜ ਇਸ ਤਰ੍ਹਾਂ ਦਾ ਹੈ। ਪਰ ਇਹ ਹੁਣ ਅੱਜ ਦਾ ਸਮਾਂ ਇਹ ਆ ਚੁੱਕਿਆ ਕਿ ਲੋਕ ਇਸ ਚੀਜ਼ ਦੇ ਨਾਲ ਇਹ ਚਾਹੁੰਦੇ ਆ ਕਿ ਇੱਥੋਂ ਦੇ ਜਿਹੜੇ ਨੁਮਾਇੰਦੇ ਆ, ਇੱਥੋਂ ਦੇ ਲੀਡਰ ਹੈਗੇ ਆ,
ਉਹ ਸਾਡੇ ਹੱਕਾਂ ਦੀ ਗੱਲ ਕਰਨ, ਲੋਕ ਮੁੱਦੇ ਚੱਕਣ, ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਕਰਨ। ਲੋਕ ਅੱਜ ਇਸ ਚੀਜ਼ ਵੱਲ ਨੂੰ ਤੁਰ ਪਏ ਆ, ਤੇ ਜਿਹੜੀ ਮੈਂ ਸਮਝਦਾ ਬਹੁਤ ਹੀ ਅੱਛੀ ਗੱਲ ਹੈ।